आप सारे प्यारे व्यूअर्स ਦਾ ਅੱਜ ਇੱਕ ਵਾਰ ਫਿਰ ਸਾਡੇ ਚੈਨਲ G for Gratitude ਤੇ ਬਹੁਤ ਸਵਾਗਤ ਹੈ। ਪਿਆਰੇ व्यूअर्स ਜੀਓ, ਅੱਜ ਅਸੀਂ ਫਿਰ ਲੈ ਕੇ ਹਾਜ਼ਰ ਹਾਂ ਤੁਹਾਡੇ ਵਿੱਚ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਜਿਹੜੀ ਅਸੀਂ ਫਿਰ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਅਸਲ ਵਿਦਿਆ ਤੋਂ ਲਈ ਹੈ ਤੇ ਇਸ ਕਹਾਣੀ ਦਾ ਨਾਮ ਵੀ ਉਹ ਅਸਲ ਵਿਦਿਆ ਹੀ ਲਿਖਦੇ ਹਨ। ਸੋ ਦਿਸ ਸਟੋਰੀ ਇਜ਼ ਗੋਇੰਗ ਟੂ ਬੀ ਵੈਰੀ ਇੰਟਰਸਟਿੰਗ, ਸਾਨੂੰ ਬਹੁਤ ਅੱਛਾ ਮੋਰਲ ਦੇਗੀ ਔਰ ਯਕੀਨਨ ਸਾਨੂੰ ਬਹੁਤ ਪਸੰਦ ਆਏਗੀ। ਸੋ ਤੁਸੀਂ ਜੇ ਪੁਰਾਣੇ ਮੋਟੀਵੇਸ਼ਨਲ ਲੈਸਨਸ ਹੁਣ ਤੱਕ ਨਹੀਂ ਦੇਖੇ ਜਾਂ ਹੋਰ ਲੈਸਨਸ ਜਿਹੜੇ ਮੇਰੇ ਚੈਨਲ ਤੇ ਪਏ ਹਨ ਉਹ ਹੁਣ ਤੱਕ ਨਹੀਂ ਦੇਖੇ, ਹਾਰਮੋਨੀਅਮ, ਤਬਲਾ ਔਰ ਪੰਜਾਬੀ ਦੇ, ਜੇ ਹੁਣ ਤੱਕ ਨਹੀਂ ਦੇਖੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਇਹ ਮੈਸੇਜ ਵਾਈਡ ਸਪਰੈਡ ਹੋਵੇ ਤੇ ਹੋਰ ਲੋਕਾਂ ਤੱਕ ਸੌਖਾ ਹੀ ਪਹੁੰਚ ਸਕੇ। ਸੋ ਅੱਜ ਦੀ ਸਟੋਰੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਰੇ ਵਿਊਅਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਜੀਓ, ਅੱਜ ਦੀ ਸਟੋਰੀ ਉਹ ਲਿਖਦੇ ਹਨ ਜਦੋਂ 8ਵੀਂ ਕਲਾਸ ਵਿੱਚ ਸਨ ਤੇ ਸਟੋਰੀ ਦਾ ਟਾਈਟਲ ਪਾਉਂਦੇ ਹਨ ਅਸਲ ਵਿਦਿਆ। ਸ਼ਾਇਦ ਇਸੇ ਕਹਾਣੀ 'ਚ ਉਹਨਾਂ ਨੇ ਕਿਤਾਬ ਦਾ ਨਾਮ ਵੀ ਸੋਚਿਆ ਹੋਵੇਗਾ ਤੇ ਕਿਤਾਬ ਦਾ ਨਾਮ ਵੀ ਰੱਖਿਆ ਅਸਲ ਵਿਦਿਆ। ਇਸ ਕਹਾਣੀ ਵਿੱਚ ਜਸਵੰਤ ਸਿੰਘ ਜੀ ਆਪਣੇ ਬਚਪਨ ਦੀ ਗੱਲ ਲਿਖਦੇ ਹਨ ਜਦੋਂ 8ਵੀਂ ਕਲਾਸ ਵਿੱਚ ਸਨ। ਉਹ ਕਹਿੰਦੇ ਹਨ, ਜਦੋਂ ਮੈਂ ਰਾਤੀ ਸੌਣ ਜਾਂਦਾ ਸੀ, ਇਸ ਤਰ੍ਹਾਂ ਕਹਾਣੀ ਨੂੰ ਸ਼ੁਰੂ ਕਰਦੇ ਹਨ ਕਿ ਜਦੋਂ ਮੈਂ ਰਾਤੀ ਸੌਣ ਜਾਂਦਾ ਸੀ ਤਾਂ ਸੌਣ ਤੋਂ ਪਹਿਲੇ 5-7 ਮਿੰਟ ਇਹ ਸੋਚ ਲਿਆ ਕਰਦਾ ਸੀ ਕਿ ਜਿਹੜਾ ਮੈਨੂੰ ਸਕੂਲ ਤੋਂ ਕੰਮ ਮਿਲਿਆ ਹੈ ਕਿ ਮੈਂ ਉਹ ਸਾਰਾ ਕਰ ਲਿਆ। ਕੋਈ ਕੰਮ ਰਹਿੰਦਾ ਹੋਵੇ ਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਕੇ ਹੀ ਸੌਂਦਾ ਸੀ। ਫਿਰ ਕਹਿੰਦੇ ਜਿਹੜੇ ਅਗਲੇ ਦਿਨ ਪਾਠ ਪੜ੍ਹਾਇਆ ਜਾਣਾ ਹੁੰਦਾ ਸੀ, ਜਿਹੜਾ ਸਬਕ ਪੜ੍ਹਾਉਣਾ ਹੁੰਦਾ ਸੀ ਟੀਚਰਸ ਨੇ, ਮੈਂ ਉਸ ਨੂੰ ਇੱਕ ਵਾਰ ਦੁਹਰਾ ਲੈਂਦਾ ਸੀ, ਇੱਕ ਵਾਰ ਪਹਿਲਾਂ ਹੀ ਪੜ੍ਹ ਲੈਂਦਾ ਸੀ ਤਾਂ ਕਿ ਜਿਹੜਾ ਟੀਚਰ ਕੱਲ ਸਵੇਰੇ ਸਕੂਲ ਵਿੱਚ ਸਮਝਾਏ ਉਹ ਮੈਨੂੰ ਸੌਖਾ ਸਮਝ ਆ ਜਾਏ। ਜਦੋਂ ਮੇਰਾ ਇਹ ਸਾਰਾ ਕੰਮ ਹੋ ਜਾਏ ਫਿਰ ਮੈਂ ਕੀਰਤਨ ਸਵੇਲੇ ਦਾ ਪਾਠ ਕਰਕੇ ਤੇ ਸੌ ਜਾਇਆ ਕਰਦਾ ਸੀ। ਅੱਗੇ ਕਹਾਣੀ ਚੱਲਦੀ ਹੈ ਤੇ ਉਹ ਕਹਿੰਦੇ ਹਨ, ਇੱਕ ਰਾਤ ਮੈਂ ਭੂਗੋਲ ਪੜ੍ਹ ਰਿਹਾ ਸੀ, ਸੋਸ਼ਲ ਸਾਇੰਸਿਸ। ਮੈਂ ਭੂਗੋਲ ਪੜ੍ਹ ਰਿਹਾ ਸੀ ਤਾਂ ਮੇਰੇ ਪਿਤਾ ਜੀ ਆਏ। ਉਹਨਾਂ ਨੇ ਦੇਖਿਆ ਕਿ ਮੈਂ ਕੁਝ ਕਰ ਰਿਹਾ ਹਾਂ ਤੇ ਉਹਨਾਂ ਨੇ ਪੁੱਛਿਆ, ਬੇਟਾ ਜੀ ਕੀ ਪੜ੍ਹ ਰਹੇ ਹੋ? ਮੈਂ ਕਿਹਾ, ਪਿਤਾ ਜੀ ਭੂਗੋਲ ਪੜ੍ਹ ਰਿਹਾ ਹਾਂ। ਪਿਤਾ ਜੀ ਮੁਸਕਰਾਏ ਤੇ ਕਿਹਾ, ਬੜੀ ਚੰਗੀ ਗੱਲ ਹੈ, ਬੜਾ ਚੰਗਾ ਕੰਮ ਕਰ ਰਹੇ ਹੋ, ਪੜ੍ਹਨਾ ਚਾਹੀਦਾ ਹੈ, ਪਰ ਮੇਰੇ ਪਾਸ ਇੱਕ ਸਲਾਹ ਹੈ, ਜੇ ਕਹੋ ਤਾਂ ਦੱਸਾਂ? ਮੈਂ ਬੜਾ ਉਤਸ਼ਾਹਿਤ ਹੋ ਕੇ ਪਿਤਾ ਜੀ ਨੂੰ ਕਿਹਾ, ਪਿਤਾ ਜੀ ਤੁਹਾਡੀ ਸਲਾਹ ਤਾਂ ਮੇਰੇ ਲਈ ਹੁਕਮ ਹੋਵੇਗੀ, ਜ਼ਰੂਰ ਦੱਸੋ। ਤਾਂ ਪਿਤਾ ਜੀ ਨੇ ਬੜੇ ਪਿਆਰ ਭਰੇ ਲਹਿਜ਼ੇ ਵਿੱਚ ਕਿਹਾ, ਬੇਟਾ ਸੌਣ ਤੋਂ 20-25 ਮਿੰਟ ਪਹਿਲਾਂ ਕੁਝ ਐਸਾ ਪਾਠ ਪੜ੍ਹਿਆ ਕਰ ਜਿਹੜਾ ਤੇਰੀ ਪਾਠ ਪੁਸਤਕ ਵਿੱਚ ਨਹੀਂ ਹੁੰਦਾ। ਕੋਈ ਐਸੀ ਚੀਜ਼ ਪੜ੍ਹਨੀ ਜਿਹੜੀ ਤੇਰੀ ਪਾਠ ਪੁਸਤਕ ਦੇ ਅਭਿਆਸ ਦਾ ਹਿੱਸਾ ਨਾ ਹੋਵੇ, ਤੇ ਜੇ ਮੇਰੀ ਇਹ ਗੱਲ ਤੂੰ ਮੰਨ ਲਵੇਂਗਾ ਨਾ ਤਾਂ ਇੱਕ ਦਿਨ ਆਪਣੀ ਜ਼ਿੰਦਗੀ ਵਿੱਚ ਬਹੁਤ ਬੜਾ ਵਿਦਵਾਨ ਬਣ ਜਾਏਗਾ। ਮੈਨੂੰ ਇੰਜ ਲੱਗਿਆ ਕਿ ਜਿਵੇਂ ਅਸਲੀ ਵਿਦਿਆ ਤਾਂ ਪਾਠ ਪੁਸਤਕਾਂ ਤੋਂ ਬਾਹਰ ਸੀ, ਜਿਸ ਤੋਂ ਮੇਰੇ ਪਿਤਾ ਜੀ ਮੈਨੂੰ ਰੁਚਿਤ ਕਰਾ ਰਹੇ ਸੀ। ਮੇਰਾ ਰੁਖ ਉਸ ਵੱਲ ਮੋੜਨਾ ਚਾਹ ਰਹੇ ਸੀ ਜੋ ਕੁਝ ਅਸਲੀ ਵਿਦਿਆ ਸੀ ਔਰ ਜੋ ਸਾਡੇ ਪਾਠ ਪੁਸਤਕਾਂ ਤੋਂ ਬਾਹਰ ਸੀ। ਤੇ ਮੈਨੂੰ ਇੰਜ ਹੀ ਜਾਪਿਆ ਕਿ ਜਿਵੇਂ ਪਾਠ ਪੁਸਤਕਾਂ ਤੋਂ ਬਾਹਰ ਦੇ ਕਿਸੇ ਗਿਆਨ ਤੋਂ ਪਿਤਾ ਜੀ ਮੈਨੂੰ ਰੁਚਿਤ ਕਰਾ ਰਹੇ ਹਨ। ਜਦੋਂ ਮੈਂ ਪਿਤਾ ਜੀ ਨੂੰ ਇਹ ਗੱਲ ਦੱਸੀ ਤਾਂ ਪਿਤਾ ਜੀ ਮੁਸਕਰਾਏ ਤੇ ਕਹਿਣ ਲੱਗੇ, ਬੇਟਾ ਜੀ ਅਸਲ ਵਿਦਿਆ ਉਹ ਹੁੰਦੀ ਹੈ ਜਦੋਂ ਤੁਹਾਨੂੰ ਪਾਠ ਪੁਸਤਕਾਂ ਵਿੱਚੋਂ ਲਿਖਿਆ ਅਭਿਆਸ ਵੀ ਭੁੱਲ ਜਾਏ ਤਾਂ ਵੀ ਕੁਝ ਐਸਾ ਕੰਮ ਹੋਵੇ ਜਿਹੜਾ ਸਦਾ ਤੁਹਾਨੂੰ ਯਾਦ ਰਹੇ। ਉਸੇ ਨੂੰ ਅਸਲ ਵਿਦਿਆ ਕਹਿੰਦੇ ਆ। ਜੇ ਇਸ ਅਸਲ ਵਿਦਿਆ ਵੱਲ ਰੁਚਿਤ ਰਹੇਗਾ ਤਾਂ ਇੱਕ ਦਿਨ ਬਹੁਤ ਵੱਡਾ ਵਿਦਵਾਨ ਬਣ ਜਾਏਗਾ। ਸੋ ਉਸ ਦਿਨ ਦੀ ਇਹ ਸਲਾਹ ਮੈਂ ਆਪਣੀ ਸਾਰੀ ਉਮਰ ਲਈ ਮੰਨ ਲਈ ਤੇ ਸੌਣ ਤੋਂ 20-25 ਮਿੰਟ ਪਹਿਲਾਂ ਰੋਜ਼ ਕੁਝ ਐਸਾ ਸਬਕ ਮੈਂ ਚੇਤੇ ਕਰਦਾ, ਕੁਝ ਐਸੀ ਚੀਜ਼ ਪੜ੍ਹਦਾ ਜਿਹੜੀ ਮੇਰੀ ਪਾਠ ਪੁਸਤਕਾਂ ਤੋਂ ਬਾਹਰ ਸੀ, ਜਿਹੜੀ ਅਸਲ ਵਿਦਿਆ ਸੀ ਮੇਰੇ ਪਿਤਾ ਜੀ ਦੇ ਮੁਤਾਬਕ। ਸੋ ਵਿਊਅਰਸ, ਕੀ ਤੁਸੀਂ ਸਮਝ ਪਾਏ ਕਿ ਪਾਠ ਪੁਸਤਕਾਂ ਤੋਂ ਬਾਹਰ ਕਿਹੜੀ ਚੀਜ਼ ਸੀ ਜਿਸ ਵੱਲ ਪਿਤਾ ਜੀ ਜਸਵੰਤ ਸਿੰਘ ਹੋਰਾਂ ਨੂੰ ਰੁਕ ਕਰਾਉਣ ਨੂੰ ਕਹਿ ਰਹੇ ਸੀ, ਜਸਵੰਤ ਸਿੰਘ ਨੂੰ ਪੜ੍ਹਨ ਨੂੰ ਕਹਿੰਦੇ ਸੀ? ਕੀ ਤੁਸੀਂ ਸਮਝਿਆ? ਇਹ ਉਹੀ ਚੀਜ਼ ਹੈ ਜਿਸ ਨੂੰ ਅਸੀਂ ਨਾਮ ਦਿੱਤਾ ਹੈ ਬੈਡ ਟਾਈਮ ਸਟੋਰੀਜ਼।
ਜਾਂ ਮੋਟੀਵੇਸ਼ਨਲ ਜਾਂ ਇਨਸਪੀਰੇਸ਼ਨਲ ਸਟੋਰੀਜ਼। ਜਦੋਂ ਤੁਸੀਂ ਮੇਰੀ ਪਹਿਲੀ ਇਨਸਪੀਰੇਸ਼ਨਲ ਸਟੋਰੀ ਤੇ ਦੂਸਰੀ ਦੇਖੋਗੇ, ਉਸ ਵਿੱਚ ਤੁਹਾਨੂੰ ਸਾਫ਼-ਸਾਫ਼ ਪਤਾ ਚੱਲ ਜਾਏਗਾ, ਜਿਸ ਵਿੱਚ ਅਸੀਂ ਪਾਇਆ ਕਿ ਰਾਤ ਨੂੰ ਸੌਣ ਵੇਲੇ ਸੋਹਿਲੇ ਦਾ ਕੀ ਕਨਸੈਪਟ ਹੈ, ਸੋਹਿਲਾ ਸਾਹਿਬ ਕਿਉਂ ਪੜ੍ਹਨਾ ਚਾਹੀਦਾ ਹੈ, ਗੁਰੂ ਸਾਹਿਬ ਨੇ ਸਾਨੂੰ ਸੋਹਿਲਾ ਕਿਉਂ ਦਿੱਤਾ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ ਕਿਉਂ ਕਿਹਾ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ। ਰਾਤ ਨੂੰ ਸੌਣ ਤੋਂ 20-25 ਮਿੰਟ ਪਹਿਲਾਂ ਕੁਝ ਐਸੀ ਗੱਲ ਪੜ੍ਹਨੀ ਜਿਹੜੀ ਪਾਠ ਪੁਸਤਕਾਂ ਤੋਂ ਅਡਰੀ ਹੈ, ਅਲੱਗ ਹੈ, ਜਾਂ ਪਾਠ ਪੁਸਤਕਾਂ ਵਿੱਚ ਨਹੀਂ, ਤਾਂ ਇਹ ਭਾਵ ਸੀ ਕੁਝ ਐਸਾ ਪੜ੍ਹਨਾ ਜਿਹੜਾ ਸਾਰੀ ਰਾਤ ਸਾਡੇ ਜ਼ਿਹਨ ਵਿੱਚ ਚੱਲਦਾ ਰਹੇ, ਸਾਡੇ ਦਿਮਾਗ ਵਿੱਚ ਚੱਲਦਾ ਰਹੇ। ਕਦੀ ਤੁਸੀਂ ਨੋਟਿਸ ਕਰਨਾ, ਜਿਸ ਗੱਲ ਨੂੰ, ਜਿਸ ਟੈਲੀਵਿਜ਼ਨ ਪ੍ਰੋਗਰਾਮ ਨੂੰ, ਜਿਸ ਚੈਨਲ ਨੂੰ ਜਾਂ ਜਿਸ ਸਟੋਰੀ ਨੂੰ, ਜਿਸ ਗੱਲਬਾਤ ਨੂੰ ਅਸੀਂ ਅਖੀਰ ਵਿੱਚ ਕਰਕੇ, ਅਖੀਰ ਵਿੱਚ ਵੇਖ ਕੇ, ਅਖੀਰ ਵਿੱਚ ਸੁਣ ਕੇ ਸੋਵਾਂਗੇ ਨਾ, 90% ਚਾਂਸਸ ਹੋਣਗੇ ਕਿ ਸਾਨੂੰ ਸੁਪਨੇ ਉਸੇ ਚੀਜ਼ ਦੇ ਆਣਗੇ ਤੇ ਸਾਰੀ ਰਾਤ ਉਹੀ ਚੀਜ਼ ਦਿਮਾਗ ਵਿੱਚ ਘੁੰਮਦੀ ਰਹੇਗੀ। ਸਵੇਰੇ ਉੱਠਾਂਗੇ ਤੇ ਜ਼ਬਾਨ ਤੇ ਜਿਹੜੇ ਪਹਿਲੇ ਅਕਸ਼ਰ ਹੋਣਗੇ ਉਹ ਵੀ ਉਹੀ ਚੀਜ਼ ਹੋਏਗੀ ਜਿਹੜੇ ਰਾਤ ਨੂੰ ਖਿਆਲ ਚੱਲ ਰਹੇ ਸੀ। ਜੇ ਨਹੀਂ ਯਕੀਨ ਤਾਂ ਅੱਜ ਕਰਨਾ, ਜਿਸ ਦਿਨ ਅਸੀਂ ਟੈਨਸ਼ਨ ਵਿੱਚ ਸੋਵਾਂਗੇ, ਸਵੇਰੇ ਟੈਨਸ਼ਨ ਵਿੱਚ ਉੱਠਾਂਗੇ। ਜਦੋਂ ਅਸੀਂ ਖੁਸ਼ੀ ਵਿੱਚ ਸੋਵਾਂਗੇ, ਸਵੇਰੇ ਖੁਸ਼-ਖੁਸ਼ ਉੱਠਾਂਗੇ। ਇਹ ਹੈ ਰਾਤੀ 20 ਤੋਂ 25 ਮਿੰਟ ਅਭਿਆਸ ਕਰਨ ਦਾ ਫਾਇਦਾ। ਸੋ ਅਸੀਂ ਕੋਸ਼ਿਸ਼ ਕਰੀਏ ਰਾਤ ਨੂੰ ਸੌਣ ਤੋਂ ਪਹਿਲਾਂ 20 ਤੋਂ 25 ਮਿੰਟ ਕੁਝ ਐਸਾ ਸਾਹਿਤ ਪੜ੍ਹੀਏ, ਕੁਝ ਐਸੀ ਚੰਗੀਆਂ ਗੱਲਾਂ ਪੜ੍ਹੀਏ ਜਿਹੜੀ ਸਾਡੀ ਪਾਠ ਪੁਸਤਕ ਵਿੱਚੋਂ ਨਹੀਂ ਹਨ, ਸਗੋਂ ਸਾਨੂੰ ਉਤਸ਼ਾਹਿਤ ਕਰਨ, ਸਾਨੂੰ ਖੁਸ਼ ਕਰਨ, ਚੜ੍ਹਦੀਆਂ ਕਲਾ ਵੱਲ ਲੈ ਜਾਣ। ਜਿਵੇਂ ਸੋਹਿਲੇ ਸਾਹਿਬ ਦੇ ਅਰਥ ਪੜ੍ਹ ਲਈਏ, ਬਾਣੀ ਤੋਂ ਕੋਈ ਸ਼ਬਦ ਅੱਛਾ ਸੁਣ ਲਈਏ, ਕੋਈ ਗੁਰੂਆਂ ਦੀ ਸਾਖੀ ਸੁਣ ਲਈਏ, ਜੇ ਕੁਝ ਵੀ ਨਾ ਹੋਵੇ ਕੋਈ ਇਨਸਪੀਰੇਸ਼ਨਲ ਸਟੋਰੀ YouTube ਤੋਂ ਕੱਢ ਲਈਏ, ਮੋਟੀਵੇਸ਼ਨਲ ਸਟੋਰੀ, ਗੁਰ ਇਤਿਹਾਸ 'ਚੋਂ ਕੋਈ ਵਾਰਤਾ ਕਿਸੇ ਬਜ਼ੁਰਗ ਤੋਂ ਸੁਣ ਲਈਏ, ਜਾਂ ਕੋਈ ਆਪਟਿਮਿਜ਼ਮ ਦੀ ਕੋਈ ਵੀ ਕਹਾਣੀ ਆਪਣੇ ਆਲੇ ਦੁਆਲੇ ਤੋਂ ਸੁਣ ਕੇ ਰਾਤੀ ਸੋਈਏ, ਤਾਂ ਹੋਵੇਗਾ ਕਿ ਸਾਰੀ ਰਾਤ ਉਹੀ ਆਪਟਿਮਿਜ਼ਮ, ਉਹੀ ਪੋਜ਼ਿਟਿਵਿਟੀ, ਉਹੀ ਖੁਸ਼ਹਾਲੀ, ਉਹੀ ਗਿਆਨ ਭਰਿਆ ਰਸ ਤੇ ਭੰਡਾਰ ਸਾਡੇ ਦਿਮਾਗ ਵਿੱਚ ਚੱਲਦਾ ਰਹੇਗਾ ਤੇ ਅਸੀਂ ਉਸੇ ਵਿੱਚ ਸਾਰੀ ਰਾਤ ਆਰਾਮ ਨਾਲ ਗੁਜ਼ਾਰਾਂਗੇ। ਸਵੇਰੇ ਉੱਠਾਂਗੇ ਤੇ ਸਾਡਾ ਮੂਡ ਅੱਛਾ ਹੋਏਗਾ, ਦਿਲ ਖੁਸ਼ ਹੋਏਗਾ ਤੇ ਇਸ ਤਰ੍ਹਾਂ ਪੂਰਾ ਦਿਨ ਅੱਛਾ ਗੁਜ਼ਰੇਗਾ। ਸਾਡਾ ਪੂਰਾ ਦਿਨ ਕਿਵੇਂ ਗੁਜ਼ਰੇਗਾ, ਇਹ ਰਾਤ ਦਾ ਟਾਈਮ ਟੇਬਲ ਜੇ ਅਸੀਂ ਸੈੱਟ ਕਰ ਲਾਂਗੇ ਤੇ ਅਸੀਂ ਪ੍ਰੀ ਡਿਸਾਈਡ ਕਰ ਸਕਦੇ ਹਾਂ ਕਿ ਅਸੀਂ ਕੱਲ ਦਾ ਦਿਨ ਕਿਵੇਂ ਗੁਜ਼ਾਰਨਾ ਹੈ। ਸੋ ਕੋਸ਼ਿਸ਼ ਕਰੀਏ ਰਾਤ ਨੂੰ ਕੁਝ ਐਸਾ ਚੰਗਾ ਸੁਣੀਏ, ਪੜ੍ਹੀਏ ਜਾਂ ਵੇਖੀਏ ਜਿਸ ਨਾਲ ਸਾਨੂੰ ਸਕੂਨ ਭਰੀ ਨੀਂਦ ਆਏ ਤੇ ਖੁਸ਼ਹਾਲ ਮੂਡ ਵਿੱਚ ਅਸੀਂ ਸਵੇਰੇ ਉੱਠੀਏ ਤੇ ਉਸ ਦਿਨ ਨੂੰ ਵੀ ਭਾਗ ਲਗਾ ਦਈਏ। ਇੱਥੇ ਬਾਣੀ ਵੀ ਸਾਨੂੰ ਫਰਮਾਨ ਕਰਦੀ ਹੈ, ਪਿਛਲ ਰਾਤ ਨਾ ਜਾਗਿਓ ਜਿਮਦੜੋਂ ਮੁਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਗੁਰਦੇਵ ਕਹਿੰਦੇ ਨੇ ਪਿਛਲੀ ਰਾਤ ਤੂੰ ਨਹੀਂ ਉੱਠਿਆ ਤੇ ਤੂੰ ਜਿੰਦੇ ਜੀ ਮਰਿਆ ਹੋਇਆ। ਪਿਛਲੀ ਰਾਤ ਉੱਠਣਾ ਭਾਵ ਅੰਮ੍ਰਿਤ ਵੇਲੇ ਜਾਗਣਾ ਤੇ ਉਸ ਰਾਤ ਨੂੰ ਕੁਝ ਐਸਾ ਚੇਤੇ ਕਰਨਾ, ਵਾਹਿਗੁਰੂ ਦੀ ਉਹ ਬੰਦਗੀ ਕਰਨੀ ਜਿਹੜੇ ਸਾਡੇ ਸਾਰੇ ਦਿਨ ਨੂੰ ਬਹੁਤ ਖੁਸ਼ਹਾਲ ਭਰਿਆ ਮਹਿਸੂਸ ਕਰਵਾਏ, ਸਾਰੇ ਦਿਨ ਨੂੰ ਖੁਸ਼ੀ ਭਰਿਆ ਬਤੀਤ ਕਰਾਏ। ਜਿਵੇਂ ਗੁਰਦੇਵ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ। ਉਸ ਨੂੰ ਕਦੀ ਤੋਟ ਹੀ ਨਹੀਂ ਆਏਗੀ, ਕਦੀ ਕੋਈ ਕਮੀ ਮਹਿਸੂਸ ਹੀ ਨਹੀਂ ਹੋਏਗੀ ਜਿਹੜਾ ਰਾਤੀ ਵਾਹਿਗੁਰੂ ਨੂੰ ਚੇਤੇ ਕਰਕੇ ਸੋਏਗਾ। ਤੁਹਾਨੂੰ ਇੱਕ ਸੰਤ ਦੀ ਗੱਲ ਸੁਣਾਉਂਦਾ। ਇੱਕ ਰਾਜ ਵਿੱਚ ਇੱਕ ਸੰਤ ਰਹਿੰਦਾ ਸੀ, ਉਹ ਸਾਰੀ ਰਾਤ ਜਾਗਿਆ ਹੁੰਦਾ ਸੀ। ਰਾਜੇ ਨੂੰ ਗੱਲ ਪਤਾ ਚੱਲੀ ਤੇ ਉਸਨੇ ਸੋਚਿਆ ਇਹ ਰਾਤੀ ਕੋਈ ਐਸੀ ਪਲੈਨਿੰਗ ਕਰਦਾ ਹੈ ਕਿ ਜਿਸ ਨਾਲ ਇਹ ਕੋਈ ਚੋਰੀ ਜਾਂ ਵੱਡਾ ਡਾਕਾ ਮਾਰੇਗਾ। ਪਕੜ ਕੇ ਲਿਆਂਦਾ ਗਿਆ। ਰਾਜੇ ਨੇ ਪੁੱਛਿਆ, ਤੂੰ ਸਾਰੀ ਰਾਤ ਜਾਗਿਆ ਹੁੰਦਾ ਹੈ? ਮੇਰੇ ਸੈਨਿਕਾਂ ਨੇ ਇਹ ਖਬਰ ਮੇਰੇ ਤੱਕ ਪਹੁੰਚਾਈ ਹੈ। ਕਿਉਂ ਜਾਗਦਾ ਹੈ? ਸਾਰੀ ਰਾਤ ਤੂੰ ਕੀ ਪਲਾਨ ਬਣਾ ਰਿਹਾ ਹੁੰਦਾ ਹੈ? ਸਾਰੀ ਦੁਨੀਆ ਸੋ ਰਹੀ ਹੈ, ਤੈਨੂੰ ਜਾਗਣ ਦੀ ਕੀ ਪਈ ਹੈ? ਉਹ ਸੰਤ ਮੁਸਕਰਾਉਂਦਾ ਹੈ, ਕਹਿੰਦਾ ਸਾਰੀ ਰਾਤ ਮੈਂ ਕਿਸੇ ਕੀਮਤੀ ਚੀਜ਼ ਦੀ ਰਖਵਾਲੀ ਕਰ ਰਿਹਾ ਹੁੰਦਾ ਜਿਹੜੀ ਮੇਰੇ ਕੋਲ ਹੈ। ਜੇ ਮੈਂ ਸਾਰੀ ਰਾਤ ਨਾ ਜਾਗਾ ਤੇ ਹੋ ਸਕਦਾ ਹੈ ਉਹ ਚੀਜ਼ ਚੋਰੀ ਹੋ ਜਾਵੇ, ਇਸ ਕਰਕੇ ਮੈਨੂੰ ਸਾਰੀ ਰਾਤ ਜਾਗਣਾ ਪੈਂਦਾ। ਰਾਜਾ ਉਸਦੀ ਝੁੱਗੀ ਨੂੰ ਖੰਗਾਲਦਾ ਹੈ, ਸੈਨਿਕਾਂ ਨੂੰ ਕਹਿੰਦਾ ਹੈ ਇਸ ਦੀ ਝੁੱਗੀ ਪੂਰੀ ਤਲਾਸ਼ ਕਰੋ ਤੇ ਦੇਖੋ ਕਿਹੜੀ ਕੀਮਤੀ ਚੀਜ਼ ਇਸ ਕੋਲ ਹੈ ਜਿਹੜੀ ਇਹ ਰਾਤੀ ਉੱਠ ਕੇ ਰਖਵਾਲੀ ਕਰ ਰਿਹਾ। ਸਾਰੀ ਝੁੱਗੀ ਖੰਗਾਲੀ ਜਾਂਦੀ ਹੈ। ਇੱਕ ਪਾਟਿਆ ਕੰਬਲ, ਟੁੱਟੀ ਮੰਜੀ ਤੇ ਇੱਕ ਘੜੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਦਾ। ਰਾਜਾ ਕਹਿੰਦਾ, ਵੇ ਪੁਰਖਾ,
ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ ਤੇਰੀ ਝੁੱਗੀ 'ਚ। ਤੇ ਉਹ ਸੰਤ ਮੁਸਕਰਾਉਂਦਾ ਹੈ, ਉਹ ਕਹਿੰਦਾ ਹੈ ਕਿ ਉਹ ਚੀਜ਼ ਇਤਨੀ ਕੀਮਤੀ ਹੈ ਕਿ ਸਦਾ ਮੈਂ ਆਪਣੇ ਕੋਲ ਰੱਖਦਾ, ਆਪਣੇ ਤੋਂ ਜ਼ਰਾ ਵੀ ਦੂਰ ਨਹੀਂ ਜਾਣ ਦੇ ਸਕਦਾ। ਜੇ ਉਹ ਚੀਜ਼ ਮੇਰੇ ਤੋਂ ਦੂਰ ਗਈ ਤਾਂ ਮੈਂ ਜਿੰਦਾ ਹੀ ਨਹੀਂ ਬਚ ਸਕਦਾ। ਹੁਣ ਰਾਜਾ ਹੈਰਾਨ ਹੁੰਦਾ ਤੇ ਉਸਨੂੰ ਪੁੱਛਦਾ ਹੈ, ਭਲਿਆ ਐਸੀ ਕਿਹੜੀ ਚੀਜ਼ ਹੈ? ਤਾਂ ਉਹ ਸੰਤ ਕਹਿੰਦਾ ਹੈ, ਉਹ ਚੀਜ਼ ਹੈ ਮੇਰੇ ਸਵਾਸ, ਮੇਰੇ ਸਾਹ। ਜਦੋਂ ਮੈਂ ਸਵੇਰੇ ਜਾਗ ਰਿਹਾ ਹੁੰਦਾ, ਆਪਣੇ ਕੰਮ ਤੇ ਹੁੰਦਾ, ਕਿਰਤ ਕਰ ਰਿਹਾ ਹੁੰਦਾ, ਉਦੋਂ ਤਾਂ ਮੈਂ ਆਪਣੇ ਸਵਾਸ ਵਾਹਿਗੁਰੂ ਦੇ ਲੇਖੇ ਲਗਾ ਹੀ ਦਿੰਦਾ, ਸਿਮਰਦਾ ਹੀ ਰਹਿੰਦਾ ਪਰਮਾਤਮਾ ਨੂੰ। ਪਰ ਰਾਤੀ ਮੈਂ ਇਸ ਕਰਕੇ ਜਾਗਦਾ, ਕਿਧਰੇ ਰਾਤ ਦੇ ਲਏ ਗਏ ਸਵਾਸ ਵਿਅਰਥ ਨਾ ਹੋ ਜਾਣ, ਕਿਧਰੇ ਮੈਂ ਸੁੱਤਾ ਰਵਾਂ ਤੇ ਮੇਰੀ ਜਾਨ ਨਿਕਲ ਜਾਏ ਤੇ ਉਹ ਸਵਾਸ ਮੇਰੇ ਵਿਅਰਥ ਹੋ ਜਾਣਗੇ। ਦੇਖੋ ਕਿਸੇ ਸੰਤ ਦੀ ਕਿਤਨੀ ਉੱਚੀ ਅਵਸਥਾ ਹੈ। ਉਹ ਰਾਤੀ ਇਸ ਕਰਕੇ ਨਹੀਂ ਸੋ ਰਿਹਾ ਕਿ ਸਾਡੇ ਹਰ ਸਵਾਸ ਵਿੱਚ ਉਹ ਵਾਹਿਗੁਰੂ ਭਰਨਾ ਚਾਹ ਰਿਹਾ। ਉਹ ਚਾਹੁੰਦਾ ਮੇਰਾ ਇੱਕ ਸਾਹ ਵੀ ਖਾਲੀ ਨਾ ਜਾਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਹਰ ਸਵਾਸ ਨਾਲ ਉਹ ਸਿਮਰਨ ਕਰਨਾ ਚਾਹ ਰਿਹਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਗੁਰਦੇਵ ਕਹਿੰਦੇ ਹਨ ਨਾ ਕਿਤਨੀ ਜਗ੍ਹਾ, ਊਠਤ ਬੈਠਤ ਸੋਵਤ ਨਾਮ, ਜਾਂ ਫਿਰ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹੁਣ ਇਸ ਦਾ ਮਤਲਬ ਅਸੀਂ ਇਹ ਨਾ ਸਮਝੀਏ ਕਿ ਅਸੀਂ ਰਾਤੀ ਜਾਗਣਾ ਹੈ। ਹਾਂ, ਅਵਸਥਾ ਐਸੀ ਬਣ ਜਾਏ, ਉਹ ਵਾਹਿਗੁਰੂ ਦੀ ਖੇਡ ਹੈ, ਉਸ ਦੀ ਰਮਜ਼ ਉਹ ਹੀ ਜਾਣੇ। ਪਰ ਜਦੋਂ ਤੱਕ ਇਹ ਖੇਡ ਨਹੀਂ ਬਣਦੀ, ਉਦੋਂ ਤੱਕ ਕੋਸ਼ਿਸ਼ ਕਰੀਏ ਕਿ ਰਾਤੀ ਸੌਣ ਤੋਂ ਪਹਿਲਾਂ 20-25 ਮਿੰਟ ਕੁਝ ਐਸਾ ਪਾਠ ਜ਼ਰੂਰ ਪੜ੍ਹੀਏ, ਕੁਝ ਆਪਣੇ ਅੰਦਰ ਐਸਾ ਉਤਸ਼ਾਹ, ਹੁਲਾਰਾ, ਉਦਮ ਤੇ ਖੁਸ਼ੀ ਤੇ ਖੇੜਾ ਐਸਾ ਕੁਝ ਭਰ ਦਈਏ ਜਿਹੜਾ ਰਾਤ ਨੂੰ ਤਾਂ ਸਫਲਾ ਕਰ ਹੀ ਦੇਵੇ। ਜਦੋਂ ਅਸੀਂ ਸਵੇਰੇ ਉੱਠੀਏ ਤੇ ਸਾਡਾ ਦਿਨ ਵੀ ਖੁਸ਼ੀਆਂ ਭਰਾ ਹੀ ਗੁਜ਼ਰੇ, ਵਾਹਿਗੁਰੂ ਦੇ ਸ਼ੁਕਰ ਵਿੱਚ ਗੁਜ਼ਰੇ। ਕੋਸ਼ਿਸ਼ ਕਰੀਏ ਜੋ ਅਸਲ ਵਿਦਿਆ ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸੀ, ਅਸੀਂ ਵੀ ਆਪਣੇ ਜੀਵਨ ਵਿੱਚ ਕਮਾਈਏ ਤੇ ਐਸੀ ਅਸਲ ਵਿਦਿਆ ਸਾਨੂੰ ਮਰਦੇ ਦਮ ਤੱਕ ਉਦਾਸ ਨਹੀਂ ਹੋਣ ਦੇਗੀ। ਕਲਾ ਕਲੇਸ਼, ਦੁੱਖ ਦਰਦ, ਤਕਲੀਫ, ਚਿੰਤਾ ਫਿਕਰ, ਭੈ ਤੋਂ ਸਦਾ ਦੂਰ ਰੱਖ ਕੇ ਚੜ੍ਹਦੀਆਂ ਕਲਾਵਾਂ ਵਿੱਚ ਰੱਖੇਗੀ। ਸਦਾ ਵਾਹਿਗੁਰੂ ਦੇ ਸ਼ੁਕਰ ਵਿੱਚ ਰਹੀਏ। ਅਸਲ ਵਿਦਿਆ ਨੂੰ ਜਾਣੀਏ ਕੀ ਹੈ। ਰਾਤੀ ਸੌਣ ਤੋਂ ਪਹਿਲੇ ਦਾ ਸਮਾਂ ਸੋਨਾ ਭਰਿਆ ਸਮਾਂ ਹੈ, ਉਦੋਂ ਅਸੀਂ ਬੜਾ ਕੁਝ ਕਮਾ ਸਕਦੇ ਹਾਂ। ਕੋਸ਼ਿਸ਼ ਕਰੀਏ ਅੰਮ੍ਰਿਤ ਵੇਲਾ ਜਾਗੀਏ, ਬਾਣੀ ਨਾਲ ਜੁੜੀਏ, ਬਾਣੇ ਨਾਲ ਜੁੜੀਏ। ਅੰਮ੍ਰਿਤ ਵੇਲੇ ਦਾ ਗੁਰੂ ਸਾਹਿਬ ਇਤਨਾ ਲਾਹਾ ਇਸ ਕਰਕੇ ਦੱਸਦੇ ਹਨ ਕਿਉਂਕਿ ਉਸ ਵਕਤ ਬੜੀ ਸ਼ਾਂਤੀ ਹੁੰਦੀ ਹੈ, ਧਿਆਨ ਬੜੀ ਜਲਦੀ ਇਕਾਗਰ ਹੋ ਸਕਦਾ ਹੈ, ਬੜੀ ਜਲਦੀ ਮਨੋਬਿਰਤੀਆਂ ਇਕੱਠੀਆਂ ਹੋ ਕੇ ਤੇ ਸਾਨੂੰ ਵਾਹਿਗੁਰੂ ਰਸ ਵਿੱਚ ਲੀਨ ਕਰ ਸਕਦੀਆਂ। ਸਾਨੂੰ ਨਿਤਨੇਮ ਵਿੱਚ ਜ਼ਿਆਦਾ ਟਿਕਾਅ ਤੇ ਜ਼ਿਆਦਾ ਆਨੰਦ ਵੀ ਮਹਿਸੂਸ ਹੋਵੇਗਾ। ਕਿਉਂ? ਜੋ ਰਾਤ ਸੰਨਾਟੇ ਭਰੀ ਹੈ, ਉਦੋਂ ਸਾਰੇ ਸੋ ਰਹੇ ਹੋਣਗੇ ਤੇ ਅਸੀਂ ਜਾਗ ਕੇ ਆਪਣੇ ਜੀਵਨ ਦੀ ਅਸਲ ਵਿਦਿਆ ਦਾ ਲਾਹਾ ਲੈ ਸਕਦੇ ਹਾਂ। ਸੋ ਵਿਊਅਰਸ, ਕੋਸ਼ਿਸ਼ ਕਰੀਏ ਅਸਲ ਵਿਦਿਆ ਅਸੀਂ ਵੀ ਆਪਣੇ ਜੀਵਨ ਵਿੱਚ ਸਿੱਖੀਏ, ਹੋਰਾਂ ਤੱਕ ਇਹ ਮੈਸੇਜ ਪਹੁੰਚਾਈਏ। ਐਸੀ ਹੀ ਹੋਰ ਮੋਟੀਵੇਸ਼ਨਲ ਸਟੋਰੀਜ਼ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਆਪਣੇ ਚੈਨਲ ਜੀ ਫॉर ਗ੍ਰੈਟੀਟਿਊਡ ਦੇ ਮਾਧਿਅਮ ਜ਼ਰੀਏ। ਉਦੋਂ ਤੱਕ ਲਈ ਦਿਓ ਮੈਨੂੰ ਇਜਾਜ਼ਤ। ਆਪ ਸਾਰਿਆਂ ਨੇ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ, ਲਾਈਕ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਕਿਵੇਂ ਦੀ ਲੱਗੀ, ਤਾਂ ਕਿ ਸਾਨੂੰ ਵੀ ਉਤਸ਼ਾਹ ਮਿਲੇ ਤੇ ਅਸੀਂ ਹੋਰ ਵੀਡੀਓਜ਼ ਵੀ ਬਣਾ ਸਕੀਏ। ਸੋ ਅੱਜ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਵਾਹਿਗੁਰੂ ਅੱਗੇ ਅਰਦਾਸ ਕਰੀਏ ਤੇ ਵਾਹਿਗੁਰੂ ਮਿਹਰ ਕਰਨ ਕਿ ਸਾਨੂੰ ਵੀ ਅਸਲ ਵਿਦਿਆ ਦੇ ਸਹੀ ਮਾਇਨੇ ਸਮਝ ਆ ਜਾਣ, ਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵਿੱਚ ਲੈ ਕੇ ਕੋਈ ਹੋਰ ਨਵਾਂ ਲੈਸਨ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।